ਡਿਠਾ ਸਭ ਸੰਸਾਰ ਸੁਖ ਨਾਮ ਬਿਨ ਤਨ ਤਾਨ ਹੋਸੀ ਛਾਰ ਜਾਣੈ ਕੋਇ ਜਨ ਡਿਠਾ ਸਭ ਸੰਸਾਰ ਸੁਖ ਨਾਮ ਬਿਨ ਜੀਵਨ ਪਦ ਨਿਰਵਾਣ ਏਕੋ ਸਿਮਰਿਐ ਦੂਜੀ ਨਾਹੀ ਜਾਇ ਕਿਨ ਵਿਦ ਤੀਰਿਐ ਨਾਮ ਗੋਬਿੰਦ ਕਾ ਸਦਾ ਲੀਜੈ ਹਲਤ ਸੁਖ ਫਲਤ ਸੁਖ ਨਿਤ ਸੁਖ ਸਿਮਰਨੋ। ਸ਼ਲੋਕ ਨਿਰਗੁਣ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤਿਸ ਚੀਤ ਰਖ ਨਾਨਕ ਨਿਭੀ ਨਾਲ। ਅਸ਼ਟਪਦੀ ਰਮਈਆ ਕੇ ਗੁਣ ਚੇਤ ਪ੍ਰਾਨੀ ਕਵਨ ਮੂਲ ਤੇ ਕਵਨ ਦਿਸਟਾਨੀ ਜਿਨ ਤੂੰ ਸਾਜ ਸਵਾਰ ਸਿੰਗਾਰਿਆ ਗਰਭ ਅਗਨ ਮਹਿ ਜਿਨੈ ਉਵਾਰਿਆ। ਬਾਰ ਵਿਵਸਥਾ ਤੁਝੈ ਪਿਆਰੈ ਦੂਧ ਪਰ ਜੋਵਨ ਭੋਜਨ ਸੁਖ ਸਹੂਦ। ਬਿਰਧ ਭਇਆ ਉਪਰ ਸਾਕ ਸੈਨ ਮੁਖ ਅਪਿਆਓ ਬੈਠ ਕਉ ਦੈਨ। ਇਹ ਨਿਰਗੁਣ ਗੁਣ ਕਛੂ ਨ ਬੂਝੈ ਬਖਸ਼ ਲਿਓ ਤੋ ਨਾਨਕ ਸੀਜੈ। ਜੇ ਪ੍ਰਸਾਦ ਤਰ ਉਪਰ ਸੁਖ ਵਸੈ ਸੁਤ ਭਰਾਤ ਮੀਤ ਬੰਤਾ ਸੰਗ ਹਸੈ। ਜੇ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ। ਜੇ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ। ਦੀਨੇ ਹਸਤ ਪਾਮ ਕਰਨ ਨੇਤਰ ਰਸਨਾ ਤਿਸੈ ਤਿਆਗ ਅਵਰ ਸੰਗ ਰਚਨਾ। ਐਸੇ ਦੋਖ ਮੂੜ ਅੰਧ ਵਿਆਪੇ ਨਾਨਕ ਕਾਢ ਲਿਓ ਪ੍ਰਭ ਆਪੇ। ਆਦ ਅੰਤ ਜੋ ਰਾਖਨ ਹਾਰ ਤਿਸਿਉ ਪ੍ਰੀਤ ਨ ਕਰੈ ਗਵਾਰ। ਜਾਂ ਕੀ ਸੇਵਾ ਨਵ ਨਿਧ ਪਾਵੈ ਤਾਂ ਸਿਉ ਮੂੜਾ ਮਨ ਨਹੀਂ ਲਾਵੈ। ਜੋ ਠਾਕੁਰ ਸਦ ਸਦਾ ਹਜੂਰੇ ਤਾਂ ਕਉ ਅੰਧਾ ਜਾਨਤ ਦੂਰੇ। ਜਾਂ ਕੀ ਟਹਿਲ ਪਾਵੈ ਦਰਗਾ ਮਾਨ ਤਿਸੈ ਵਿਸਾਰੈ ਮੁਗਧ ਅਜਾਨ। ਸਦਾ ਸਦਾ ਇਹ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ। ਤਿਸੈ ਵਿਸਾਰੈ ਮੁਗਧ ਅਜਾਨ ਸਦਾ ਸਦਾ ਇਹ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ। ਸਤਿਗੁਰਾਂ ਦੀ ਪਿਆਰੀ ਸਾਜੀ ਨਵਾਜੀ ਸਾਧ ਸੰਗਤ ਜੀਓ, ਗੁਰਬਾਣੀ ਵਿਚਾਰ ਦੇ ਗੁਰਮੁਖ ਸੂਝਵਾਨ ਸੱਜਣੋ, ਆਪ ਜੀ ਦੇ ਚਰਨਾਂ ਦੇ ਵਿੱਚ ਦੰਡਵਤ ਪ੍ਰਣਾਮ। ਗੁਰੂ ਮਹਾਰਾਜ ਪੰਚਮ ਧੰਨ ਧੰਨ ਗੁਰੂ ਅਰਜਨ ਦੇਵ ਜੀ, ਜਿਨ੍ਹਾਂ ਦਾ ਸ਼ਾਹਕਾਰ ਰਚਨਾ ਹੈ ਸੁਖਮਨੀ ਸਾਹਿਬ। ਆਪ ਜੀ ਫਰਮਾਉਂਦੇ ਉਹ ਨਿਰਗੁਣ ਆਣਿਆ ਤੂੰ ਸਦਾ ਪ੍ਰਭੂ ਨੂੰ ਸੰਭਾਲ ਲੈ, ਉਹਨੂੰ ਯਾਦ ਰੱਖ। ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਭੀ ਨਾਲ। ਜਿਹਨੇ ਤੈਨੂੰ ਬਣਾਇਆ ਹੈ ਉਹਨੂੰ ਯਾਦ ਰੱਖ, ਔਰ ਉਹ ਹਮੇਸ਼ਾ ਨਾਲ ਨਿਭਦਾ ਹੈ। ਫਿਰ ਹੋਰ ਕਿਸੇ ਚੀਜ਼ ਨੇ ਨਾਲ ਨਹੀਂ ਜਾਣਾ, ਪ੍ਰਭੂ ਦਾ ਨਾਮ ਤੇਰੇ ਨਾਲ ਚੱਲੇਗਾ। ਅਸ਼ਟਪਦੀ ਰਮਈਆ ਕੇ ਗੁਣ ਚੇਤ ਪ੍ਰਾਨੀ। ਰਮਈਆ ਯਾਨੀ ਸੋਹਣਾ ਰਾਮ। ਜਿਹਨੂੰ ਜਿਹੜੀ ਚੀਜ਼ ਪਿਆਰੀ ਲੱਗੇ ਉਹਨੂੰ ਆਪਾਂ ਇਸ ਤਰ੍ਹਾਂ ਬੋਲਦੇ ਹਾਂ। ਫਿਰ ਹਿੰਦੀ ਦੇ ਵਿੱਚ ਰਮਈਆ, ਰਾਮ ਨੂੰ ਰਮਈਆ ਕਿਹਾ ਗਿਆ। ਉਹਦੇ ਗੁਣਾਂ ਨੂੰ ਯਾਦ ਕਰ, ਚੇਤੇ ਕਰ। ਕਵਨ ਮੂਲ ਤੇ ਕਵਨ ਦਿਸਟਾਨੀ। ਕਿਆ ਤੇਰਾ ਮੂਲ ਹੈ? ਮਿੱਟੀ, ਪਾਣੀ, ਹਵਾ। ਕਿਆ ਤੈਨੂੰ ਬਣਾ ਕੇ ਰੱਖ ਦਿੱਤਾ ਉਹਨੇ? ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਜਿਹਨੇ ਤੈਨੂੰ ਸਾਜਿਆ, ਸੰਵਾਰਿਆ, ਸ਼ਿੰਗਾਰਿਆ। ਗਰਭ ਅਗਨ ਮੈਂ ਜਿਨ੍ਹੈ ਉਵਾਰਿਆ।
ਉੱਥੇ ਤੇਰੀ ਰੱਖਿਆ ਕਰੀਏ ਗਰਭ ਅਗਨ ਦੇ ਵਿੱਚ, ਜਿੱਥੇ ਬਹੁਤ ਜ਼ਿਆਦਾ ਅਗਨੀ ਹੈ, ਜਠਰਾਗਨ। ਤੂੰ ਉਹਨੂੰ ਯਾਦ ਰੱਖ। ਉੱਥੇ ਵੀ ਤਾਂ ਯਾਦ ਕਰਦਾ ਸੀਗਾ, ਪੁੱਠਾ ਲਟਕਦਾ ਸੀ ਜਦੋਂ, ਹੁਣ ਵੀ ਯਾਦ ਕਰ ਲੈ। ਬਾਲ ਵਿਵਸਥਾ ਤੁਝੇ ਪਿਆਰੇ ਦੂਧ, ਜਦੋਂ ਬਾਲ ਅਵਸਥਾ ਸੀ ਤੇਰੀ, ਉਦੋਂ ਤੈਨੂੰ ਦੁੱਧ ਪਿਆਉਂਦਾ ਸੀ ਪਿਆਰੇ ਪਿਆਲੇ। ਉਦੋਂ ਤੈਨੂੰ ਦੁੱਧ ਪਿਲਾਇਆ ਮਾਂ ਦੇ ਰਾਹੀਂ ਉਹਨੇ। ਪਰ ਜੋਬਨ ਭੋਜਨ ਸੁਖ ਸੂਦ, ਜਦ ਜਵਾਨੀ ਆਈ, ਭੋਜਨ ਰੱਜ ਰੱਜ ਖਾਧਾ ਤੈਂ, ਸੁੱਖਾਂ ਦੀਆਂ ਸਹੂਲਤਾਂ ਤੈਨੂੰ ਮਿਲੀਆਂ। ਬਿਰਧ ਭਇਆ ਉੱਪਰ ਸਾਖ ਸੈਨ, ਜਦੋਂ ਬੁਢਾਪਾ ਆ ਗਿਆ, ਤੇਰੇ ਉੱਪਰ ਕਿੰਨੇ ਹੀ ਸਾਕ ਸੰਬੰਧੀ ਖੜੇ ਤੇਰੀ ਸੇਵਾ ਕਰਦੇ ਰਹੇ। ਮੁੱਖ ਪਿਆਓ ਬੈਠ ਕੋ ਦੈਨ, ਬੈਠੇ ਨੂੰ ਤੈਨੂੰ ਮੂੰਹ ਦੇ ਵਿੱਚ ਭੋਜਨ ਪਾਉਂਦੇ ਰਹੇ। ਇਹ ਨਿਰਗੁਣ ਗੁਣ ਕਛੂ ਨਾ ਬੁੱਝੈ, ਇਹ ਨਿਰਗੁਣਾ ਬੰਦਾ ਗੁਣਾਂ ਨੂੰ ਨਹੀਂ ਜਾਣਦਾ। ਬਖਸ਼ ਲਿਓ ਤਾਂ ਨਾਨਕ ਸੀਜੈ, ਜੇ ਤੇਰੀ ਬਖਸ਼ਿਸ਼ ਹੋ ਜਾਏ ਵਾਹਿਗੁਰੂ ਤਾਂ ਇਹ ਸਫਲ ਹੋ ਸਕਦਾ, ਅਦਰਵਾਈਜ਼ ਨਹੀਂ ਹੋ ਸਕਦਾ, ਮੁਕਤੀ ਨਹੀਂ ਹੈ। ਜੇ ਪ੍ਰਸਾਦ ਧਰ ਉੱਪਰ ਸੁਖ ਵਸੈ, ਜਿਹਦੀ ਕਿਰਪਾ ਦੇ ਨਾਲ, ਪ੍ਰਸਾਦ ਦੇ ਦੱਦੇ ਨੂੰ ਸਿਹਾਰੀ, ਜਿਸ ਦੀ ਕਿਰਪਾ ਦੇ ਨਾਲ, ਜਿਹੇ ਜੱਜੇ ਨੂੰ ਸਿਹਾਰੀ ਹਾਹਾ ਜੇ ਮੈਨੇ ਜਿਸ ਦੀ, ਜੇ ਹੋਵੇ ਜੱਜਾ ਹਾ ਕੱਲਾ, ਫਿਰ ਜਿੱਥੇ ਹੁੰਦਾ ਉਹਦਾ ਮਤਲਬ। ਜਿਹਦੀ ਕਿਰਪਾ ਦੇ ਨਾਲ ਧਰਤੀ ਦੇ ਉੱਪਰ ਸੁੱਖਾਂ ਦੇ ਵਿੱਚ ਵਸਦਾ ਹੈ, ਸੁੱਖ ਦੇ ਵੀ ਖੱਖੇ ਨੂੰ ਸਿਹਾਰੀ ਹੈ, ਸੁੱਖਾਂ ਦੇ ਵਿੱਚ ਵਸਦਾ ਹੈ। ਸੁਤ ਭਰਾਤ ਮੀਤ ਬੰਤਾ ਸੰਗ ਹਸੈ, ਪੁੱਤਰਾਂ ਨਾਲ, ਭਰਾਤਿਆਂ ਨਾਲ, ਮੀਤ ਮਿੱਤਰਾਂ ਨਾਲ, ਬੰਤਾ ਔਰਤ ਨਾਲ ਸੰਗ ਰਹਿਣਾ, ਹੱਸਦਾ ਤੁਰਦਾ ਹੈ। ਜੇ ਪ੍ਰਸਾਦ ਪੀਵੇਂ ਸੀਤਲ ਜਲਾ, ਠੰਡਾ ਪਾਣੀ ਤੈਨੂੰ ਪੀਣ ਨੂੰ ਮਿਲਦਾ ਉਹਦੀ ਕਿਰਪਾ ਨਾਲ। ਸੁਖਦਾਈ ਪਵਨ ਪਾਵਕ ਅਮੁੱਲਾ, ਹਵਾ ਔਰ ਅੱਗ ਬੇਸ਼ਕੀਮਤੀ ਚੀਜ਼ਾਂ ਤੇਰੇ ਸੁੱਖਾਂ ਖਾਤਰ ਉਹਨੇ ਪੈਦਾ ਕਰੀਆਂ ਹੋਈਆਂ। ਗਰਮੀਆਂ ਦੇ ਵਿੱਚ ਹਵਾ ਠੰਡਕ ਦਿੰਦੀ ਹੈ, ਸਰਦੀਆਂ ਦੇ ਵਿੱਚ ਜਿਹੜਾ ਸੇਕ ਹੈ ਅੱਗ ਦਾ, ਉਹ ਤੈਨੂੰ ਸੁਖਦਾਈ ਹੁੰਦਾ, ਤੇਰੇ ਵਾਸਤੇ ਆਨੰਦ ਦਿੰਦਾ। ਜੇ ਪ੍ਰਸਾਦ ਭੋਗੈ ਸਭ ਰਸਾ, ਜਿਹਦੀ ਕਿਰਪਾ ਦੇ ਨਾਲ ਸਾਰੇ ਰਸਾਂ ਨੂੰ ਮਾਣਦਾ ਹੈ, ਭੋਗਦਾ ਹੈ। ਸਗਲ ਸਮੱਗਰੀ ਸੰਗ ਸਾਥ ਬਸਾ, ਸਾਰੀ ਸਮੱਗਰੀ ਤੇਰੇ ਸੰਗ ਹੈ, ਤੈਨੂੰ ਸਹੂਲਤਾਂ ਦੇਣ ਖਾਤਰ। ਦੀਨੇ ਹਸਤ ਪਾਮ ਕੰਨ ਨੇਤਰ ਰਸਨਾ, ਫਿਰ ਤੈਨੂੰ ਹੱਥ ਪੈਰ ਔਰ ਕੰਨ ਨੇਤਰ, ਇਹ ਸਭ ਰਸਨਾ, ਇਹ ਸਭ ਤੈਨੂੰ ਦਿੱਤੇ ਹੈ। ਤਿਸੈ ਤਿਆਗ ਅਵਰ ਸੰਗ ਰਚਨਾ, ਇਹਨਾਂ ਸਭ ਨੂੰ ਛੱਡ ਕੇ, ਉਸ ਰੱਬ ਨੂੰ ਛੱਡ ਕੇ ਤੂੰ ਹੋਰਾਂ ਦੇ ਨਾਲ ਰਚਿਆ ਹੋਇਆ, ਜਿਹਨੇ ਤੈਨੂੰ ਇੰਨਾ ਕੁਝ ਦਿੱਤਾ। ਤਿਸੈ ਤਿਆਗ ਅਵਰ ਸੰਗ ਰਚਨਾ, ਐਸੇ ਦੋਖ ਮੂੜ ਅੰਧ ਵਿਆਪੇ, ਮੂਰਖ ਅੰਨੇ ਨੂੰ ਐਸੇ ਐਸੇ ਦੋਖ ਵਿਆਪੇ ਹੋਏ ਹੈ। ਨਾਨਕ ਕਾਢ ਲਏ ਪ੍ਰਭ ਆਪੇ, ਇਹ ਵਾਹਿਗੁਰੂ ਜੀਓ ਕੱਢ ਲੈ ਮੈਨੂੰ ਇਸ ਵਿੱਚੋਂ, ਇਸ ਖਲਜਗਣ ਚੋਂ ਬਾਹਰ। ਬਹੁਤ ਦੋਖ ਹੈ ਮੇਰੇ ਵਿੱਚ, 5 ਤਾਂ ਅਸਾਧ ਹੈ, ਬਾਕੀ ਹੋਰ ਬਹੁਤ ਹੈ, ਮੈਨੂੰ ਇਹਨਾਂ ਚੋਂ ਬਾਹਰ ਕੱਢ ਲੈ, ਕਿਰਪਾ ਕਰ ਦੇ। ਆਦ ਅੰਤ ਜੋ ਰਾਖਨ ਹਾਰ, ਤੇ ਸੋ ਪ੍ਰੀਤ ਨਾ ਕਰੇ ਗਵਾ, ਜਿਹੜਾ ਹਮੇਸ਼ਾ ਹੀ ਸ਼ੁਰੂ ਤੋਂ ਅੰਤ ਤੱਕ ਰੱਖਣ ਹਾਰਾ ਹੈ, ਉਹਦੇ ਨਾਲ ਮੂਰਖ ਪ੍ਰੇਮ ਨਹੀਂ ਕਰਦਾ, ਪ੍ਰੀਤ ਨਹੀਂ ਕਰਦਾ। ਜਾਂ ਕਿ ਸੇਵਾ ਨਵਨਿਧ ਪਾਵੇ, ਜਿਹਦੀ ਸੇਵਾ ਕਰਨ ਦੇ ਨਾਲ 9 ਨਿਧੀਆਂ ਦੇ ਖਜ਼ਾਨੇ ਆ ਜਾਂਦੇ ਕੋਲ। ਤਾਂ ਸਿਓ ਮੂੜਾ ਮਨ ਨਹੀਂ ਲਾਵੇ, ਮੂਰਖ ਉਹਦੇ ਨਾਲ ਮਨ ਨਹੀਂ ਲਾਉਂਦਾ। ਜੋ ਠਾਕੁਰ ਸਦ ਸਦਾ ਹਜੂਰੇ, ਤਾਂ ਕੋ ਅੰਧਾ ਜਾਣਤ ਦੂਰੇ, ਜਿਹੜਾ ਠਾਕੁਰ ਹਮੇਸ਼ਾ ਹੀ ਸਾਡੇ ਅੰਗ ਸੰਗ ਹੈ। ਕੌਰਵ ਦਾਸ ਹਾਥ ਪੈ ਨੇਰੇ, ਸਹਿਜੇ ਹੋਏ ਸੋ ਹੋਈ, ਜਿਹੜਾ ਅੰਦਰ ਹੈ ਹਰ ਵਕਤ ਅੰਗ ਸੰਗ ਹੈ। ਮੂਰਖ ਉਹਨੂੰ ਦੂਰ ਜਾਣਦਾ, ਫਿਰਦਾ ਤੀਰਥਾਂ ਪਰ, ਪਰਬਤਾਂ ਵਿੱਚ ਟੋਲਦਾ ਉਹਨੂੰ। ਦੇਖੋ ਵਿਡੰਬਣਾ, ਪਰਮਾਤਮਾ ਅੰਦਰ ਹੈ, ਟੋਲਦਾ ਫਿਰਦਾ ਬਾਹਰ। ਅੰਦਰੂਨੇ ਖਾਨਾ, ਭਾਈ ਨੰਦ ਲਾਲ ਜੀ ਫਰਮਾ ਰਹੇ ਹੈ, ਅੰਦਰੂਨੇ ਖਾਨਾ ਅਤ ਨੂਰੇ ਅੱਲਾ, ਅੰਦਰੇ ਨੂਰ ਹੈ ਭਾਈ ਅੱਲਾ ਦਾ। ਅੰਦਰੂਨੇ ਖਾਨਾ ਹੁੰਦਾ ਘਰ, ਅੰਦਰਲੇ ਘਰ 'ਚ ਯਾਨੀ ਹਿਰਦੇ 'ਚ ਉਹਦਾ ਵਾਸਾ ਹੈ, ਉਹਨੂੰ ਦੂਰ ਨਾ ਸਮਝ ਕਿਤੇ ਵੀ। ਮੋਹ ਮੋਇਆ ਜਾਣੈ ਦੂਰ ਹੈ, ਕਹੋ ਨਾਨਕ ਸਦਾ ਹਦੂਰ ਹੈ। ਜਾਂ ਕਿ ਟਹਿਲ ਪਾਵੇ ਦਰਗਾਹ ਮਾਨ, ਜਿਹਦੀ ਟਹਿਲ ਕਰਨ ਦੇ ਨਾਲ ਦਰਗਾਹ ਵਿੱਚ ਮਾਣ ਮਿਲਦਾ ਹੈ। ਨਾਮ ਜਪਣ ਦੀ ਬਾਤ ਹੋ ਰਹੀ ਹੈ। ਤਿਸੈ ਵਿਸਾਰੈ ਮੁਗਧ ਅਜਾਨ, ਉਹ ਮਹਾਮੂਰਖ ਅਣਜਾਣ ਬੰਦਾ ਉਹਨੂੰ ਵਿਸਾਰ ਦਿੰਦਾ। ਸਦਾ ਸਦਾ ਇਹ ਭੁੱਲਣਹਾਰ, ਇਹ ਵਾਹਿਗੁਰੂ ਜੀ ਅਸੀਂ ਸਦਾ ਹੀ ਭੁੱਲਣਹਾਰ ਹੈ। ਨਾਨਕ ਰਾਖਣਹਾਰ ਅਪਾਰ,
ਤੂੰ ਸਾਨੂੰ ਸਾਡਾ ਰੱਖਣਹਾਰ ਹੈ, ਅਪਾਰ ਹੈ, ਸਾਡੀ ਰੱਖਿਆ ਕਰ। ਅਸੀਂ ਤਾਂ ਹਮੇਸ਼ਾ ਹੀ ਗਲਤੀਆਂ ਕਰਦੇ ਹਾਂ। ਟੂ ਐਰਰ ਇਜ਼ ਹਿਊਮਨ, ਟੂ ਫਾਰਗਿਵ ਡਿਵਾਈਨ। ਤੇਰਾ ਬਿਰਧ ਹੈ ਮਾਫ ਕਰ ਦੇਣਾ, ਸਾਡਾ ਸੁਭਾਅ ਹੈ ਗਲਤੀਆਂ ਕਰਨਾ। ਅਸੀਂ ਗਲਤੀਆਂ ਦੇ ਪੁਤਲੇ, ਕਿਉਂਕਿ ਕੋਈ ਵੀ ਬੰਦਾ ਭੁੱਲ ਤੋਂ ਬਾਹਰ ਨਹੀਂ ਹੈ, ਸਿਰਫ ਇੱਕ ਪਰਮਾਤਮਾ। ਭੁੱਲਣ ਵਿੱਚ ਕੀਆ ਸਭ ਕੋਈ, ਕਰਤਾ ਆਪ ਨਾ ਭੁੱਲੈ। ਭੁੱਲਣ ਅੰਦਰ ਸਭ ਕੋ, ਆ ਭੁੱਲ ਗੁਰੂ ਕਰਤਾਰ। ਉਹ ਗੁਰੂ ਕਰਤਾਰ ਭੁੱਲ ਤੋਂ ਬਾਹਰ ਹੈ, ਬਾਕੀ ਸਾਰੀ ਸ੍ਰਿਸ਼ਟੀ ਭੁੱਲਾਂ ਦੇ ਵਿੱਚ ਹੈ। ਹੁਣ ਗੁਰੂ ਮਹਾਰਾਜ ਜੀ ਨੇ ਸਾਨੂੰ ਇਹ ਬਾਰ-ਬਾਰ ਤਾਕੀਦ ਕਰੀ ਹੈ ਬਈ ਬੰਦੇ ਹੋਰ ਹੋਰ ਚੀਜ਼ਾਂ ਤੇ ਤੂੰ ਸੁੱਖ ਮਾਣ ਲੈ, ਕੋਈ ਇਤਰਾਜ਼ ਨਹੀਂ ਹੈ, ਕਿਉਂਕਿ ਉਹਨੇ ਹੀ ਦਿੱਤੀਆਂ, ਪਰ ਉਹਨੂੰ ਯਾਦ ਤਾਂ ਕਰ ਲੈ ਕਮ ਸੇ ਕਮ। ਦੇਖੋ ਕਿੱਡੀ ਕੁ ਬੜੀ ਗੱਲ ਹੈ, ਉਹਨੂੰ ਯਾਦ ਰੱਖ ਵੀ ਤੈਂ ਦਿੱਤੀਆਂ, ਅਸੀਂ ਮਾਣ ਰਹੇ ਹਾਂ। ਗੱਲ ਇੰਨੀ ਹੋ ਹੈ, ਕੋਈ ਲੰਬੀ ਚੌੜੀ ਗੱਲ ਨਹੀਂ ਹੈ, ਪਰ ਬੰਦਾ ਕਿੱਥੇ ਸਮਝਦਾ। ਇੱਕ ਨੂੰ ਛੱਡ ਕੇ ਹੋਰਾਂ ਦੇ ਮਗਰ ਤੁਰਿਆ ਫਿਰਦਾ। ਕੋਈ ਸਿਆਸੀ ਬੰਦਿਆਂ ਮਗਰ ਤੁਰਦਾ ਹੈ, ਕੋਈ ਦੇਵੀ ਦੇਵਾਂ ਮਗਰ ਫਿਰਦਾ ਹੈ, ਕੋਈ ਕਿਧਰੇ ਕੋਈ ਕਿਧਰੇ, ਕੋਈ ਨਕਲੀ ਸੰਤਾਂ ਮਗਰ ਤੁਰਿਆ ਫਿਰਦਾ। ਕਿਉਂਕਿ ਬੰਦੇ ਨੂੰ ਹਿਰਨ ਦੀ ਤਰ੍ਹਾਂ ਇਹ ਪਤਾ ਹੀ ਨਹੀਂ ਵੀ ਮੈਂ ਅੰਦਰ ਉਹਨੂੰ ਲਈ ਫਿਰਦਾ, ਟੋਲਦਾ ਮੈਂ ਬਾਹਰ ਹਾਂ। ਸੰਗਤ ਦਾ ਰੁਖ ਨਹੀਂ ਕਰਦਾ, ਹੋਰ ਹੋਰ ਪਾਸੇ ਫਿਰੀ ਜਾਂਦਾ। ਤੋ ਜਿੰਨਾ ਚਿਰ ਅਸੀਂ ਇਸ ਚੀਜ਼ ਨੂੰ ਸਮਝਦੇ ਨਹੀਂ ਹੈ, ਇੱਕ ਪਰ ਖੜਦੇ ਨਹੀਂ, ਸੰਗਤ ਵਿੱਚ ਨਹੀਂ ਆਉਂਦੇ, ਉਹਦੇ ਪਰ ਟੇਕ ਨਹੀਂ ਰੱਖਦੇ, ਫਿਰ ਸਾਡਾ ਬੁਰਾ ਹਾਲ ਹੈ। ਇਸੇ ਕਰਕੇ ਬੁਰਾ ਹਾਲ ਹੈ ਬਦਹਵਾਲੀ। ਜੇ ਅਸੀਂ ਉਹਨੂੰ ਯਾਦ ਕਰਾਂਗੇ ਤਾਂ ਸਾਡਾ ਵੀ ਉਧਾਰ ਹੋ ਜਾਊਗਾ, ਸਾਡੀ 84 ਵੀ ਕੱਟੀ ਜਾਊਗੀ, ਜਨਮ ਮਰਨ ਮਿਟ ਜਾਊਗਾ। ਜਿਹੜਾ ਜਠਰਾਗਨ ਅਗਨ ਦਾ ਸੇਕ ਹੈ ਉਹ ਸਾਨੂੰ ਮੁੜ ਕੇ ਲੱਗੂਗਾ ਹੀ ਨਹੀਂ ਕਦੇ। ਦੇਖੋ ਕਿੰਨਾ ਸੌਖਾ ਰਸਤਾ ਦੱਸਿਆ ਗੁਰੂ ਮਹਾਰਾਜ ਨੇ। ਸਿੰਪਲੀ ਉਹਨੂੰ ਯਾਦ ਕਰਨਾ ਹੈ, ਵਾਹਿਗੁਰੂ 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 ਵਾਹਿਗੁਰੂ। ਕਿਆ ਬੋਝ ਹੈ। ਅਸੀਂ ਹਮਨ ਤਾਂ ਕਰਾ ਦਾਂਗੇ, ਅਖੰਡ ਪਾਠ ਵੀ ਮੁੱਲ ਦਾ ਕਰਵਾ ਦਾਂਗੇ ਪਾਠੀਆਂ ਤੋਂ, ਲੇਕਿਨ ਆਪਣੇ ਮੂੰਹ ਤੋਂ ਅਸੀਂ ਆਪਣੀ ਰਸਨਾ ਤੋਂ ਵਾਹਿਗੁਰੂ ਵਾਹਿਗੁਰੂ ਕਹਿਣਾ ਸਾਨੂੰ ਭੈਜਲ ਲੱਗਦਾ। ਇਹ ਬਹੁਤ ਔਖਾ ਲੱਗਦਾ। ਆਖਣ ਔਖਾ ਸੱਚਾ ਨਾਮ, ਸੱਚਾ ਨਾਮ ਧਿਆਉਣਾ ਜਪਣਾ ਇਹ ਔਖਾ ਲੱਗਦਾ। ਹੋਰ ਅਸੀਂ ਕਰਮ ਧਰਮ ਸਭ ਕੁਝ ਕਰ ਸਕਦੇ ਹਾਂ, 10-20 ਲੱਖ ਰੁਪਈਆ ਵੀ ਲਾ ਸਕਦੇ ਹਾਂ, ਔਰ ਲਾਉਂਦੇ, ਕਿਉਂਕਿ ਸਾਡੀ ਜਿਹੜੀ ਸੋਚ ਹੈ ਉਹ ਸਹੀ ਨਹੀਂ ਹੈ, ਗੁਰਬਾਣੀ ਅਨੁਸਾਰ ਨਹੀਂ ਹੈ। ਗੁਰਬਾਣੀ ਅਨੁਸਾਰ ਉਹ ਸੋਚ ਸਹੀ ਹੈ ਵੀ ਆਪਾਂ ਮਹਿੰਗੀ ਚੀਜ਼ ਤਾਂ ਕਰ ਸਕਦੇ ਹਾਂ, ਜਿਹੜਾ ਸਸਤਾ ਸੌਦਾ ਹੈ। ਸਸਤ ਵੱਖਰ ਤੂੰ ਕਿੰਨੇ ਨਾਹੀ, ਪਾਪੀ ਬਾਂਧਾ ਰੇ ਨਾਇਆ। ਗੁਰਬਾਣੀ ਦਾ ਪਵਿੱਤਰ ਬਚਨ ਹੈ। ਸਸਤਾ ਸੌਦਾ ਤੂੰ ਕਰਦਾ ਨਹੀਂ ਪਾਪੀਆ, ਬਾਂਧਾ ਰੇ ਨਾਇਆ। ਤੂੰ ਇਹੋ ਜਿਹੇ ਮਹਿੰਗੇ ਕੰਮ ਕਰਕੇ ਹੋਰ ਰਿਣ ਵਿੱਚ ਬੰਨ ਹੋ ਰਿਹਾ, ਹੋਰ ਤੇਰੇ ਪਰ ਕਰਜ਼ਾ ਚੜ੍ਹ ਰਿਹਾ ਹੈ। ਤੂੰ ਜਮਾਂ ਸੌਖਾ ਕੰਮ ਕਿਉਂ ਨਹੀਂ ਕਰਦਾ? ਕੋਈ ਪੈਸਾ ਨਹੀਂ ਲੱਗਦਾ, ਕੋਈ ਸਮਾਂ ਨਹੀਂ ਲੱਗਦਾ, ਰੋਟੀ ਖਾਂਦੇ ਪੀਂਦੇ ਤੁਰਦੇ ਚੱਲਦੇ ਸੌਂਦੇ ਕਦੇ ਵਾਹਿਗੁਰੂ ਕਹੀ ਜਾਓ, ਕੋਈ ਰੋਕਦਾ ਹੀ ਨਹੀਂ। ਕੋਈ ਪੈਸਾ ਨਹੀਂ ਲੱਗਦਾ, ਇਹ ਪਰ ਕੋਈ ਟਾਈਮ ਨਹੀਂ ਲੱਗਦਾ। ਇਹ ਵੀ ਦਲੀਲ ਗਲਤ ਹੁੰਦੀ ਹੈ ਵੀ ਜੀ ਸਾਡੇ ਕੋਲ ਟਾਈਮ ਨਹੀਂ ਹੈ। ਟਾਈਮ ਤਾਂ ਸਦਾ ਹੀ ਹੁੰਦਾ ਭਾਈ। ਜੇ ਆਪਾਂ ਕੰਮ ਕਰਦੇ ਕਰਦੇ ਵੀ ਜਪ ਸਕਦੇ ਹਾਂ। ਜਦੋਂ ਜਾਂਦੇ ਹਾਂ ਸਫ਼ਰ ਪਰ, ਮੋਟਰਸਾਈਕਲ ਹੱਥ 'ਚ ਹੁੰਦੀ ਹੈ ਜਾਂ ਗੱਡੀ ਦਾ ਸਟੇਅਰਿੰਗ ਹੱਥ 'ਚ ਹੁੰਦਾ, ਉਦੋਂ ਕਿਹੜੇ ਨਾਮ ਨਿਕਲ ਨਹੀਂ ਸਕਦਾ ਅੰਦਰੋਂ? ਕਿਸੇ ਦਿਨ ਕਰਕੇ ਤਾਂ ਦੇਖੋ, ਸਗੋਂ ਇੱਕਣ ਸਫ਼ਰ ਕੱਟ ਜਾਂਦਾ ਵੀ ਜਾਣੀ ਘਰ ਤੋਂ ਚੱਲੇ ਔਰ ਪਹੁੰਚ ਗਏ। ਬਹੁਤ ਆਨੰਦਦਾਇਕ ਹੈ ਜੇ ਸਾਨੂੰ ਸੋਝੀ ਆ ਜਾਏ। ਪਰ ਇਹੀ ਗੱਲ ਹੈ ਵੀ ਸਾਡੀ ਹਉਮੈ ਸੋਝੀ ਆਉਣ ਨਹੀਂ ਦਿੰਦੀ। ਅਸੀਂ ਆਪਣੀ ਈਗੋ 'ਚ ਸੋਚਦੇ ਹਾਂ, ਬੁੱਧੀ ਨਾਲ ਸੋਚਦੇ ਹਾਂ, ਵਿਵੇਕ ਸਾਡੇ ਅੰਦਰ ਹੈ ਨਹੀਂ। ਤਾਂ ਹੀ ਯਾਚਨਾ ਹੈ ਬਾਣੀ 'ਚ ਵਾਰ-ਵਾਰ ਪਰਮਾਤਮਾ ਦੇ ਚਰਨਾਂ 'ਚ ਕਰਦੇ ਹਾਂ ਗੁਰੂ ਸਾਹਿਬ ਸਾਡੇ ਖਾਤਰ ਵੀ ਬੰਦਿਆ ਤੂੰ ਉਹਨੂੰ ਯਾਦ ਕਰ ਲੈ, ਤੂੰ ਉਹਨੂੰ ਬੇਨਤੀਆਂ ਕਰ ਲੈ, ਅਰਦਾਸਾਂ ਕਰ ਲੈ। ਫਿਰ ਉਹ ਕਿਹੜੇ ਬੇਨਿਆਜ਼ ਹੈ, ਤੈਨੂੰ ਉਹ ਦਊਗਾ, ਬਖਸ਼ੂਗਾ, ਤੇਰੀ ਹਉਮੈ ਤੋੜੂਗਾ। ਪਰ ਤੂੰ ਤਿਆਰ ਤਾਂ ਉਹ ਤਲਾਉਣ ਖਾਤਰ। ਚਰਨ ਸਰਣ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਅੱਗੇ ਹੋਏ ਲੇਤ ਹੈ। ਇੱਕ ਕਦਮ ਤਾਂ ਤੁਰ ਕੇ ਦੇਖ, ਕਰੋੜਾਂ ਹੀ ਕਦਮ ਬਗਲਗੀਰ ਹੋਣ ਨੂੰ ਤਿਆਰ ਹੈ ਪਰਮਾਤਮਾ ਗੁਰੂ ਤੇਰੇ ਵਾਸਤੇ। ਕਰੋੜਾਂ ਹੀ ਕਦਮ ਚੱਲਣ ਨੂੰ ਤਿਆਰ ਹੈ ਤੇਰੇ ਵੱਲ ਨੂੰ। ਤੂੰ ਇੱਕ ਕਦਮ ਤਾਂ ਚੱਲ। ਕਦੇ ਸੋਚ ਤਾਂ ਸਹੀ ਮਨ 'ਚ ਵੀ ਮੈਂ ਉਹਦਾ ਹੈ, ਮੈਂ ਉਹਦੇ ਕੋਲ ਜਾਣਾ ਹੈ। ਕਦੇ ਨਾ ਕਦੇ ਤਾਂ ਮਨ 'ਚ ਲਿਆ ਗੱਲ ਨੂੰ। ਆਉਂਦੀ ਨਹੀਂ, ਹੋਰ ਹੋਰ ਪਾਸੇ ਨੂੰ ਜਾਂਦਾ, ਗੁਫਾਵਾਂ 'ਚ ਨੂੰ ਜਾਂਦਾ, ਕੰਦਰਾਂ ਵਿੱਚ ਟੋਲਦਾ ਫਿਰਦਾ, 7 ਸਮੁੰਦਰ ਪਾਰ ਟੋਲਦਾ ਫਿਰਦਾ। ਉਹੀ ਹਿਰਨ ਵਾਲੀ ਗੱਲ, ਕਸਤੂਰੀ ਅੰਦਰ ਹੈ, ਭਾਲਦਾ ਬਾਹਰ ਹੈ। ਕੋਈ ਅਪਸ਼ਬਦ ਦੀ ਖਿਮਾ ਦਿਓ ਇਜਾਜ਼ਤ, ਕੋਈ ਅਸੀਸ ਵੀ ਬਖਸ਼ ਦਿਓ, ਕਿਉਂਕਿ ਸੰਗਤ ਦਾ ਜਿਹੜਾ
ਸੰਗਤ ਹੈ ਜਿਹੜੀ ਇਹ ਪਰਮਾਤਮਾ ਵਰਗੀ ਹੈ, ਬਲਕਿ ਗੁਰੂ ਸਾਹਿਬ ਨੇ ਤਾਂ ਆਪ ਤੋਂ ਵੀ ਵੱਡਾ ਰੁਤਬਾ ਬਖਸ਼ਿਆ ਸੰਗਤ ਨੂੰ। ਇਸ ਕਰਕੇ ਆਪ ਜੀ ਜਿੰਨੀਆਂ ਵੀ ਅਸੀਸਾਂ ਦਿਓਗੇ ਮਨ ਤੋਂ, ਉਹ ਆਪਣੇ ਆਪ ਪਹੁੰਚ ਜਾਂਦੀਆਂ। ਜਿਵੇਂ ਇੱਕ ਕਹਾਵਤ ਹੈ ਨਾ ਵੀ ਈਵਨ ਵਾਲਸ ਹੈਵ ਈਅਰਸ, ਕੰਧਾਂ ਦੇ ਵੀ ਕੰਨ ਹੁੰਦੇ ਆ। ਉਹ ਕੰਧਾਂ ਦੇ ਕੰਨ ਕੋਈ ਨਹੀਂ ਹੁੰਦੇ ਭਾਈ ਸਰੀਰਕ ਤੌਰ ਪਰ। ਗੱਲ ਇਹ ਹੁੰਦੀ ਹੈ ਵੀ ਜਦ ਆਪਾਂ ਕਿਸੇ ਪ੍ਰਤੀ ਕੋਈ ਚੰਗੀ ਫੀਲਿੰਗ ਜਾਂ ਬੁਰੀ ਐਨੀਮੋਸਿਟੀ ਕਿਸੇ ਪ੍ਰਤੀ ਵੀ ਰੱਖਦੇ ਹਾਂ, ਉਹ ਉਹਦੇ ਕੋਲ ਜਦੇ ਪਹੁੰਚ ਜਾਂਦੀ ਹੈ। ਕਿਵੇਂ? ਸੰਗਤ ਦੇ ਰਾਹੀਓਂ ਪਹੁੰਚਦੀ ਹੈ। ਜਿਹਦੇ ਕੋਲ ਆਪਾਂ ਕਹਾਂਗੇ ਉਹਨੇ ਲਾਜ਼ਮੀ ਗੱਲ ਗਾਹਾਂ ਕਰਨੀ ਓ ਕਰਨੀ। ਇਸ ਕਰਕੇ ਜਿੰਨਾ ਵੀ ਆਪਾਂ ਜੇ ਪਰਮਾਤਮਾ ਪ੍ਰਤੀ ਪ੍ਰੇਮ ਅੰਦਰ ਤੋਂ ਪੈਦਾ ਹੋ ਗਿਆ, ਚਾਹੇ ਉਹਦੀ ਕਿਰਪਾ ਨਾਲੇ ਹੋਣਾ, ਗੁਰੂ ਨੇ ਕਰਨਾ, ਉਹਨੇ ਸਾਡੇ ਉੱਤੇ ਵਰਸ ਪੈਣਾ ਵੀ ਇਹ ਤਾਂ ਮਨ ਠੀਕ ਹੋ ਗਿਆ। ਹੁਣ ਦੱਸਣ ਦੀ ਲੋੜ ਨਹੀਂ, ਹੁਣ ਤਾਂ ਆਪੇ ਪਤਾ ਲੱਗ ਜਾਂਦਾ। ਜਦ ਕੰਧਾਂ ਸੁਣ ਸਕਦੀਆਂ ਤਾਂ ਵਾਹਿਗੁਰੂ ਨਹੀਂ ਸੁਣ ਸਕਦਾ? ਸਤਿਗੁਰ ਜਾਗਤਾ ਹੈ ਦਿਓ, ਭੁੱਲੀ ਮਲ ਨਹੀਂ ਹੈ ਉਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀਓ। ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋੜ ਝੂਠ ਸੰਗ ਮਚੈ। ਜੋ ਛੱਡਣਾ ਸੋ ਅਸਥਿਰ ਕਰ ਮਾਨੈ, ਜੋ ਹੋਵਨ ਸੋ ਦੂਰ ਪਰਾਨੈ। ਛੋੜ ਜਾਏ ਤਿਸ ਕਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰ ਹਰੈ। ਚੰਦਨ ਲੇਪ ਉਤਾਰੈ ਧੋਏ, ਗਰਦਬ ਪ੍ਰੀਤ ਭਸਮ ਸੰਗ ਹੋਏ। ਅੰਧਕੂਪ ਮਹਿ ਪਤਿਤ ਬਿਕਰਾਲ, ਨਾਨਕ ਕਾਢ ਲਿਓ ਪ੍ਰਭ ਦਇਆਲ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ। ਬਾਹਰ ਭੇਖ ਅੰਤਰ ਮਲ ਮਾਇਆ, ਛਪਸ ਨਾਹੀਂ ਕਛ ਕਰੈ ਛਪਾਇਆ। ਬਾਹਰ ਗਿਆਨ ਧਿਆਨ ਇਸ਼ਨਾਨ, ਅੰਤਰ ਵਿਆਪੈ ਲੋਭ ਸੁਆਨ। ਅੰਤਰ ਅਗਨ ਬਾਹਰ ਤਨ ਸੁਆ, ਗਲ ਪਾਥਰ ਕੈਸੇ ਤਰੈ ਅਥਾ। ਜਾਂ ਕੈ ਅੰਤਰ ਬਸੈ ਪ੍ਰਭ ਆਪ, ਨਾਨਕ ਤੇਜਨ ਸਹਿਜ ਸਮਾਤ। ਸੁਨ ਅੰਧਾ ਕੈਸੇ ਮਾਰਗ ਪਾਵੈ, ਕਰ ਗਹਿ ਲਿਓ ਓੜ ਨਿਭਾਵੈ। ਕਾਂ ਬੁਝਾਰਤ ਬੁਝੈ ਡੋਰਾ, ਨਿਸ ਕਹੀਐ ਤੋ ਸਮਝੈ ਭੋਰਾ। ਕਹਾਂ ਬਿਸ਼ਨ ਪਦ ਗਾਵੈ ਗੁੰਗ, ਜਤਨ ਕਰੈ ਤਉ ਪੀ ਸੁਰ ਭੰਗ। ਕਹਿ ਪਿੰਗਲ ਪਰਬਤ ਪਰ ਭਵਨ, ਨਹੀਂ ਹੋਤ ਊਹਾਂ ਉਸ ਗਵਨ। ਕਰਤਾਰ ਕਰਣਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੈ। ਸੰਗ ਸਹਾਈ ਸੋ ਆਵੈ ਨ ਚੀਤ, ਜੋ ਬੈਰਾਈ ਤਾਂ ਸਿਉ ਪ੍ਰੀਤ। ਬਲੁਆ ਕੇ ਗ੍ਰਹਿ ਭੀਤਰ ਬਸੈ, ਆਨੰਦ ਕੇਲ ਮਾਇਆ ਰੰਗ ਰਸੈ। ਦ੍ਰਿੜ ਕਰ ਮਾਨੈ ਮਨੈ ਪ੍ਰਤੀਤ, ਕਾਲ ਨ ਆਵੈ ਮੂੜੇ ਚੀਤ। ਕਾਮ ਕ੍ਰੋਧ ਬੈਰ ਵਿਰੋਧ, ਕਾਮ ਕ੍ਰੋਧ ਮੋਹ। ਝੂਠ ਵਿਕਾਰ ਮਹਾ ਲੋਭ ਤ੍ਰੋਹ। ਯਾਹੂ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲਿਓ ਆਪਨ ਕਰ ਕਰਮ। ਯਾਹੂ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲਿਓ ਆਪਨ ਕਰ ਕਰਮ। ਪਾਵਨ ਸਤਿਗੁਰਾਂ ਦੇ ਪਾਵਨ ਚਰਨਾਂ ਦੀ ਸਜੀ ਸਵਾਰੀ ਸਾਰੀ ਸਾਧ ਸੰਗਤ ਜੀਓ, ਗੁਰਬਾਣੀ ਵਿਚਾਰ ਦੇ ਗੁਰਮੁਖ ਸੂਝਵਾਨ ਸੱਜਣੋ। ਅੱਜ ਦੀ ਵਿਚਾਰ ਆਪਣੀ ਤੁੱਛ ਬੁੱਧੀ ਦੁਆਰਾ ਹਾਜ਼ਰ ਹੈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਪੰਚਮ ਪਾਤਸ਼ਾਹ ਅੱਗੇ ਫਰਮਾਉਨੇ, ਰਤਨ ਤਿਆਗ ਕੌਡੀ ਸੰਗ ਰਚੈ। ਪਰਮਾਤਮਾ ਰੂਪੀ ਰਤਨ ਨੂੰ ਛੱਡ ਕੇ, ਤਿਆਗ ਕੇ, ਮਾਇਆ ਰੂਪੀ ਕੌਡੀ ਨਾਲ ਰਚਦਾ ਹੈ। ਸਾਚ ਛੋੜ ਝੂਠ ਸੰਗ ਮਚੈ। ਸੱਚ ਨੂੰ ਛੱਡਦਾ ਹੈ, ਝੂਠ ਦੇ ਨਾਲ ਬੜਾ ਪ੍ਰਸੰਨ ਹੁੰਦਾ, ਕਲੋਲਾਂ ਕਰਦਾ, ਮੱਚਦਾ ਹੈ, ਖੁਸ਼ ਹੁੰਦਾ। ਜੋ ਛੱਡਣਾ ਸੋ ਅਸਥਿਰ ਕਰ ਮਾਨੈ। ਜਿਹਨੂੰ ਇੱਥੇ ਛੱਡ ਕੇ ਜਾਣਾ ਸਭ ਕਾਸੇ ਨੂੰ, ਉਹਨਾਂ ਨੂੰ ਅਸਥਿਰ ਮੰਨਦਾ ਹੈ ਵੀ ਇਹ ਨਾਲ ਜਾਣਗੇ। ਜੋ ਹੋਵਨ ਸੋ ਦੂਰ ਪਰਾਨੈ। ਜਿਹਨੇ ਨਾਲ ਜਾਣਾ ਉਹਨੂੰ ਦੂਰ ਸਮਝਦਾ ਹੈ। ਛੋੜ ਜਾਏ ਤਿਸ ਕਾ ਸ਼ਰਮ ਕਰੈ। ਜਿਹਨੇ ਛੱਡ ਜਾਣਾ ਇੱਥੇ ਸਾਨੂੰ ਮਾਇਆ ਨੇ, ਉਹਦੇ ਵਾਸਤੇ ਮਿਹਨਤ ਕਰਦਾ। ਸੰਗ ਸਹਾਈ ਤਿਸ ਪਰ ਹਰੈ। ਜਿਹਨੇ ਨਾਲ ਜਾਣਾ, ਸੰਗ ਸਹਾਈ ਹੋਣਾ, ਉਹਨੂੰ ਛੱਡਦਾ। ਚੰਦਨ ਲੇਪ ਉਤਾਰੈ ਧੋਏ। ਚੰਦਨ ਦੇ ਲੇਪ ਸਰੀਰ ਦੇ ਉੱਪਰ ਲਾਉਂਦਾ, ਕਈ ਕਿਸਮ ਦੇ ਚੱਕਰ ਬਣਾਉਂਦਾ,
ਗਰਦਵ ਪ੍ਰੀਤ ਭਸਮ ਸੰਗ ਹੋਏ। ਜਿਵੇਂ ਗਧੇ ਦੀ ਪ੍ਰੀਤ ਮਿੱਟੀ ਨਾਲ ਹੁੰਦੀ ਹੈ, ਮੁੜ ਕੇ ਫੇਰ ਨਹਾ ਕੇ ਫੇਰ ਲਿਟ ਲੈਂਦਾ। ਅੰਧ ਕੂਪ ਮੈਂ ਪਤਿਤ ਵਿਕਰਾਲ, ਅੰਨੇ ਖੂਹ ਵਿੱਚ ਗਿਰਿਆ ਹੋਇਆ ਹੈ। ਵਿਕਰਾਲ ਭਿਆਨਕ, ਡਰਾਉਣੇ ਵਾਲਾ, ਹਨੇਰੇ ਖੂਹ ਦੇ ਵਿੱਚ ਬੰਦਾ ਗਿਰਿਆ ਹੋਇਆ। ਨਾਨਕ ਕਾਢ ਲਿਓ ਪ੍ਰਭ ਦਇਆ। ਹੇ ਵਾਹਿਗੁਰੂ ਜੀਓ, ਤੁਸੀਂ ਕਿਰਪਾਲੂ ਹੋ, ਦਿਆਲੂ ਹੋ, ਸਾਨੂੰ ਵੀ ਕੱਢ ਲਓ ਇਸ ਖੂਹ ਚੋਂ ਬਾਹਰ, ਵਿਕਰਾਲ ਖੂਹ ਚੋਂ। ਕਰਤੂਤ ਪਸ਼ੂ ਕੀ ਮਾਨਸ ਜਾਤ, ਪਰ ਕਰਤੂਤ ਪਸ਼ੂਆਂ ਵਾਲੀ ਹੈ, ਨੌ ਹੈਗਾ ਮਾਨਸ, ਮਨੁੱਖ। ਕਿਵੇਂ? ਇੱਕ ਨੂੰ ਛੱਡ ਕੇ ਜੋ ਕੁਛ ਵੀ ਬੰਦਾ ਕਰਦਾ ਹੈ ਉਹ ਸਾਰਾ ਪਸ਼ੂ ਕੀ ਨਿਆਈ ਗਰਦਾਨਿਆ ਗੁਰੂ ਸਾਹਿਬ ਨੇ। ਕਉ ਬੁਤਾਨ ਕੋ ਪੂਜਤ ਹੈ ਪਸ, ਕਉ ਮਿਰਤਾਨ ਕੋ ਪੂਜਨ ਤਾਇਓ। ਕਈ ਪਸ਼ੂ ਮਰਿਆ ਹੋਇਆ ਨੂੰ ਪੂਜੀ ਜਾਂਦੇ, ਕਈ ਬੁੱਤਾਂ ਨੂੰ ਪੂਜੀ ਜਾਂਦੇ। ਕਰਤੂਤ ਪਸ਼ੂ ਕੀ ਹੈ ਸਾਰੀ। ਲੋਕ ਪ੍ਰਚਾਰਾ ਕਰੇ ਦਿਨ ਰਾਤ, ਲੋਕਾਂ ਨੂੰ ਖੁਸ਼ ਕਰਨ ਖਾਤਰ ਇਹ ਦਿਨ ਰਾਤ ਇਸ ਤਰ੍ਹਾਂ ਕਰਦਾ ਰਹਿੰਦਾ। ਬਾਹਰ ਭੇਖ ਅੰਤਰ ਮਲ ਮਾਇਆ, ਬਾਹਰ ਤੋਂ ਬੜਾ ਸਾਰਾ ਭੇਖ ਬਣਾਇਆ ਹੋਇਆ, ਲੰਬਾ ਕਮੀਜ਼ ਪਾਇਆ, ਭਗਵਾਂ ਪਾਇਆ ਹੋਇਆ, ਗੋਲ ਪੱਗ ਬੰਨੀ ਹੈ, ਉੱਪਰ ਰੇਖ ਵੀ ਮਲੀ ਹੋਈ ਹੈ, ਰਾਖ ਮਲੀ ਹੋਈ ਹੈ, ਅੰਦਰ ਮੈਲ ਮਾਇਆ ਦੀ ਭਰੀ ਪਈ ਹੈ। ਸ਼ਬਸ ਨਾਹੇ ਕਛ ਕਰੇ ਛਪਾਇਆ, ਜਿੰਨਾ ਮਰਜ਼ੀ ਛਪਾ ਲਵੇ ਭੇਖ ਨਾਲ, ਉਹ ਛੁਪਦੀ ਨਹੀਂ ਹੈ ਜੋ ਕੁਛ ਅੰਦਰ ਮੈਲ ਮਾਇਆ। ਬਾਹਰ ਗਿਆਨ ਧਿਆਨ ਇਸ਼ਨਾਨ, ਬਾਹਰ ਤੋਂ ਬਹੁਤ ਗਿਆਨੀ ਬਣਦਾ ਹੈ, ਧਿਆਨ ਲਾਉਂਦਾ ਹੈ, ਇਸ਼ਨਾਨ ਵੀ ਕਰਦਾ ਹੈ, ਤੀਰਥਾਂ ਪਰ ਵੀ ਜਾਂਦਾ ਹੈ। ਅੰਤਰ ਵਿਆਪੈ ਲੋਭ ਸੁਆਨ, ਅੰਦਰ ਲੋਭ ਦਾ ਕੁੱਤਾ ਵਿਆਪ ਰਿਹਾ। ਅੰਤਰ ਅਗਨ ਬਾਹਰ ਤਨ ਸੁਆਹ, ਅੰਦਰ ਅਗਨ ਲੱਗੀ ਹੋਈ ਹੈ, ਬਾਹਰ ਤਨ ਉਹਨੇ ਸੁਆਹ ਕਰਿਆ ਪਿਆ। ਗਲ ਪਾਥਰ ਕੈਸੇ ਤਰੈ ਥਾ, ਗਲ ਵਿੱਚ ਪੱਥਰ ਨੂੰ ਪਾ ਕੇ ਦੇਵਤਾ ਸਮਝ ਕੇ, ਰੱਬ ਸਮਝ ਕੇ ਪੂਜਾ ਕਰਦਾ ਹੈ, ਉਹ ਕਿੱਕਣ ਤਰੂਗਾ ਭਾਈ? ਨਹੀਂ ਤਰ ਸਕਦਾ। ਜਾਂ ਕੈ ਅੰਤਰ ਬਸੈ ਪ੍ਰਭ ਆਪ, ਨਾਨਕ ਤੇ ਜਨ ਸਹਿਜ ਸਮਾਤ। ਜਿਨ੍ਹਾਂ ਦੇ ਅੰਦਰ ਪ੍ਰਭੂ ਵਸਦਾ ਹੈ, ਪਾਤਸ਼ਾਹ ਫਰਮਾਉਂਦੇ ਹੈ, ਉਹ ਜਨ, ਉਹ ਦਾਸ, ਰੱਬ ਦੇ ਪਿਆਰੇ ਸਹਿਜ ਵਿੱਚ ਸਮਾ ਜਾਂਦੇ। ਸੁਨ ਅੰਧਾ ਕੈਸੇ ਮਾਰਗ ਪਾਵੇ, ਸੁਣ ਕੇ ਅੰਨੇ ਨੂੰ ਜੋ ਮਰਜ਼ੀ ਸੁਣਾ ਦਿਓ, ਉਹ ਮਾਰਗ ਕਿਵੇਂ ਪਾਊਗਾ ਜਦ ਦਿਖਦਾ ਹੀ ਨਹੀਂ ਉਹਨੂੰ ਕੁਛ। ਕਰ ਗਹਿ ਲਿਓ ਔਰ ਨਿਭਾਵੇ, ਜੇ ਉਹਦੀ ਉਂਗਲੀ ਫੜ ਲਈਏ, ਹੱਥ ਫੜ ਲਈਏ, ਫਿਰ ਉਹ ਪਾਰ ਜਾ ਸਕਦਾ। ਕਹਾਂ ਬੁਝਾਰਤ ਬੁੱਝੈ ਡੋਰਾ, ਡੋਰਾ ਹੁੰਦਾ ਬੋਲਾ ਨਾ, ਜਿਹਨੂੰ ਸੁਣਦਾ ਨਾ ਹੋਵੇ, ਤਾਂ ਉਹ ਬੋਲਾ ਬੰਦਾ ਬੁਝਾਰਤ ਨੂੰ ਕਿਵੇਂ ਬੁੱਝੂਗਾ ਭਾਈ? ਜੇ ਉਹਨੂੰ ਨਿਸ ਕਹੂੰਗੇ, ਰਾਤ ਕਹੂੰਗੇ, ਤਾਂ ਉਹ ਸਮਝੇ ਭੋਰਾ, ਸਵੇਰ ਸਮਝੂਗਾ, ਦਿਨ ਸਮਝੂਗਾ ਉਹਨੂੰ, ਕਿਉਂਕਿ ਉਲਟਾ ਹੀ ਸਮਝਣਾ ਉਹਨੂੰ, ਕਿਉਂਕਿ ਬੋਲਾ ਜੋ ਹੈ। ਕਹਾਂ ਬਿਸ਼ਨ ਪਦ ਗਾਵੇ ਗੁੰਗ, ਗੁੰਗਾ ਪਰਮਾਤਮਾ ਦੇ ਗੁਣ ਕਿਵੇਂ ਗਾ ਸਕਦਾ ਜਦ ਬੋਲੇ ਨਹੀਂ ਚੱਲਦਾ ਉਹਦਾ। ਯਤਨ ਕਰੇ ਤਉ ਪੀ ਸੁਰ ਭੰਗ, ਜੇ ਯਤਨ ਵੀ ਕਰਕੇ ਦੇਖ ਲਵੇ ਫਿਰ ਵੀ ਸੁਰ ਨੇ ਭੰਗੇ ਹੋਣਾ ਜਦ ਬੋਲ ਚੱਲਦਾ ਨਹੀਂ ਹੈ। ਕਹੇ ਪਿੰਗਲ ਪਰਬਤ ਪਰ ਭਵਨ, ਪਿੰਗਲਾ ਜਿਹੜੀ ਦੀ ਲੱਤਾਂ ਨਾ ਹੋਵੇ ਜਾਂ ਇੱਕ ਲੱਤ ਤੋਂ ਲੰਗੜਾ ਵੀ ਹੋਵੇ, ਉਹ ਪਰਬਤ ਪਰ ਕਿੱਕਣ ਚੜ੍ਹ ਸਕਦਾ ਭਾਈ? ਕਿਵੇਂ ਭੌਣ ਕਰ ਸਕਦਾ ਪਰਬਤ ਦਾ? ਬਹੁਤ ਮੁਸ਼ਕਿਲ ਹੈ। ਨਹੀਂ ਹੋਤ ਉਹਾਂ ਉਸ ਗਵਨ, ਉਹ ਉੱਥੇ ਨਹੀਂ ਜਾ ਸਕਦਾ। ਕਰਤਾਰ ਕਰਣਾ ਮੈਂ ਦੀਨ ਬੇਨਤੀ ਕਰੇ, ਹੇ ਕਰੁਣਾਮਈ ਕਰਤਾਰ ਜੀਓ, ਵਾਹਿਗੁਰੂ ਜੀਓ, ਹੇ ਦਇਆ ਦੇ ਰੂਪ ਵਾਹਿਗੁਰੂ ਜੀਓ, ਮੇਰੀ ਬੇਨਤੀ ਹੈ, ਨਾਨਕ ਤੁਮਰੀ ਕਿਰਪਾ ਧਰੈ। ਜੇ ਤੇਰੀ ਕਿਰਪਾ ਹੋ ਜਾਏ ਤਾਂ ਸਭ ਕੁਛ ਹੋ ਸਕਦਾ। ਪਿੰਗਲਾ ਵੀ ਪਹਾੜ ਚੜ੍ਹ ਸਕਦਾ ਹੈ, ਵਿਕਰਾਲ ਖੂਹ ਚੋਂ ਵੀ ਬੰਦਾ ਬਾਹਰ ਨਿਕਲ ਸਕਦਾ ਹੈ, ਕੁਛ ਵੀ ਹੋ ਸਕਦਾ ਫਿਰ ਜੇ ਤੂੰ ਕਿਰਪਾ ਕਰ ਦੇਵੇਂ। ਸੰਗ ਸਹਾਈ ਸੋ ਆਵੇ ਨ ਚੀਤ, ਜਿਹਨੇ ਨਾਲ ਜਾਣਾ ਉਹ ਚਿੱਤ 'ਚ ਨਹੀਂ ਆਉਂਦੀ ਗੱਲ। ਨਾਮ ਜੋ ਬੈਰਾਈ ਤਾਂ ਸਿਉ ਪ੍ਰੀਤ, ਜਿਹੜੇ ਸਾਡਾ ਬੈਰੀ ਹੈ ਮਾਇਆ, ਉਹਦੇ ਨਾਲ ਪ੍ਰੀਤ ਪਾਈ ਬੈਠਾ ਹੈ। ਬਲੂਆ ਕੇ ਗ੍ਰਹਿ ਭੀਤਰ ਵਸੈ, ਰੇਤੇ ਦੇ ਘਰ ਵਿੱਚ ਵਸਿਆ ਹੋਇਆ। ਆਨੰਦ ਕੇਲ ਮਾਇਆ ਰੰਗ ਰਸੈ, ਆਨੰਦ ਕਲੋਲਾਂ ਕਰਦਾ ਹੈ, ਮਾਇਆ ਦੇ ਰੰਗ 'ਚ ਰਸਿਆ ਹੋਇਆ, ਰੇਤੇ ਦੇ ਘਰ 'ਚ ਵਸਦਾ ਹੈ, ਕਦੇ ਵੀ ਢੇਰੀ ਹੋ ਜਾਣਾ ਉਹਨੇ। ਦ੍ਰਿੜ ਕਰ ਮਾਨੈ ਮਨੈ ਪ੍ਰਤੀਤ, ਕਾਲ ਨਾ ਆਵੇ ਮੂੜੇ ਚੀਤ। ਮਨ ਵਿੱਚ ਪ੍ਰਤੀਤ ਕਰਕੇ, ਦ੍ਰਿੜ ਕਰਕੇ ਮੰਨੀ ਬੈਠਾ ਮਾਇਆ ਦੇ ਰੰਗਾਂ ਨੂੰ। ਕਾਲ ਨਾ ਆਵੇ ਮੂੜੇ ਚੀਤ,
ਮੂਰਖ ਨੂੰ ਕਾਲ ਨਹੀਂ ਚੇਤਾ ਆਉਂਦਾ। ਜਿਹਨੂੰ ਆਪਣਾ ਅੰਤ ਚੇਤੇ ਆਉਂਦਾ ਹੈ, ਬੇਅੰਤ ਉਸੀ ਦੇ ਮਨ 'ਚ ਵੱਸਦਾ ਹੈ। ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ। ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾਂ ਲੋਭ ਮੋਹ ਧਰੋ। ਪਾਤਸ਼ਾਹ ਅੱਗੇ ਫਰਮਾਉਂਦੇ ਹੈ ਬਈ ਕਿਸੇ ਨਾਲ ਬੈਰ ਵਿਰੋਧ ਕਰਨਾ, ਕਾਮ ਕ੍ਰੋਧ ਲੋਭ ਮੋਹ ਵਿੱਚ ਫਸੇ ਹੋਣਾ, ਝੂਠ ਵਿਕਾਰਾਂ 'ਚ ਫਸੇ ਹੋਣਾ, ਮਹਾਂ ਲੋਭ ਮੋਹ 'ਚ ਫਸੇ ਹੋਣਾ। ਯਾਹੂ ਜੁਗਤ ਬਿਆਨੇ ਕਈ ਜਨਮ, ਇਸੇ ਜੁਗਤ ਵਿੱਚ ਯਾਨੀ ਕਾਮ ਕ੍ਰੋਧ ਲੋਭ ਮੋਹ ਹੰਕਾਰ 'ਚ ਫਸੇ ਹੋਏ ਇਸੇ ਜੁਗਤ ਦੇ ਨਾਲ ਕਈ ਜਨਮ ਲੰਘ ਗਏ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ। ਪਤਾ ਨਹੀਂ ਕਿੰਨੇ ਜਨਮ ਇਸ ਤਰ੍ਹਾਂ ਹੀ ਲੰਘ ਗਏ। ਨਾਨਕ ਰਾਖ ਲਿਓ ਆਪਨ ਕਰ ਕਰਮ। ਇਹ ਵਾਹਿਗੁਰੂ ਜੀਓ, ਪਾਤਸ਼ਾਹ ਫਰਮਾਉਂਦੇ ਵੀ ਆਪਣਾ ਕਰਮ ਕਰ, ਆਪਣੀ ਅਲਤਾਫ ਕਰ, ਆਪਣੀ ਮਿਹਰ ਕਰ, ਨਦਰ ਕਰ, ਸਾਨੂੰ ਵੀ ਰੱਖ ਲੈ, ਕਿਉਂਕਿ ਸਾਡਾ ਹੋਰ ਕੋਈ ਸਹਾਰਾ ਨਹੀਂ ਹੈ ਅਤੇ ਅਸੀਂ ਤੇਰੀ ਸ਼ਰਨ ਵਿੱਚ ਆਏ ਹੋਏ। ਗੁਰਬਾਣੀ ਦਾ ਇਹੀ ਮੇਨ ਸਿਧਾਂਤ ਹੈ ਬਈ ਗੁਰੂ ਦੀ ਸ਼ਰਨੀ ਪੈ ਜਾਓ, ਪਰਮਾਤਮਾ ਦੀ ਸ਼ਰਨ ਬਣ ਜਾਂਦੀ ਹੈ। ਕਿਉਂਕਿ ਗੁਰੂ ਪਰਮਾਤਮਾ ਇੱਕੋ ਹੀ ਉਹਨੇ, ਗੁਰੂ ਨੇ ਪਰਮਾਤਮਾ ਦੇ ਨਾਲ ਹੀ ਜੋੜਨਾ ਹੁੰਦਾ ਹੈ। ਇਸ ਕਰਕੇ ਜਿਹੜਾ ਵੀ ਬੰਦਾ ਗੁਰੂ ਦੀ ਸ਼ਰਨ 'ਚ ਪੈ ਗਿਆ, ਗੁਰੂ ਦੀ ਸ਼ਰਨ 'ਚ ਕੌਣ ਪਊਗਾ? ਜਿਹਨੂੰ ਪਰਮਾਤਮਾ ਉੱਪਰੋਂ ਹਰੀ ਝੰਡੀ ਦਿੰਦਾ ਹੈ, ਜਾਂ ਕਹਿ ਲਓ ਅੰਦਰੋਂ ਹਰੀ ਝੰਡੀ ਦਿੰਦਾ ਹੈ। ਕਿਉਂਕਿ ਪਰਮਾਤਮਾ ਦਾ ਵਾਸਾ ਜ਼ਿਆਦਾਤਰ ਅੰਦਰ ਹੈ। ਉੱਪਰ ਤਾਂ ਆਪਾਂ ਹੱਥ ਕਹਿ ਦਿੰਦੇ ਹਾਂ, ਮੂੰਹ ਤੋਂ ਨਿਕਲ ਜਾਂਦਾ, ਕਿਉਂਕਿ ਇਸਲਾਮੀ ਸਭਿਅਤਾ ਦੇ ਵਿੱਚ ਪਰਮਾਤਮਾ ਨੂੰ, ਅੱਲਾ ਨੂੰ ਉੱਪਰ ਸਮਝਿਆ ਜਾਂਦਾ। ਖੁਦਾ ਪਰਮਾਤਮਾ ਇਹ ਇੱਕੋ ਚੀਜ਼ ਹੈ। ਖੁਦਾ ਫਾਰਸੀ 'ਚ ਕਹਿ ਦਿੰਦੇ, ਅੱਲਾ ਜਿਹੜੀ ਅਰਬੀ ਹੈ ਉਹਦੇ 'ਚ ਕਹਿੰਦੇ, ਗੱਲ ਇੱਕੋ ਹੀ ਹੈ। ਜਿਵੇਂ ਆਪਾਂ ਵਾਹਿਗੁਰੂ, ਭਗਵਾਨ, ਬ੍ਰਹਮ ਔਰ ਪਾਰ ਬ੍ਰਹਮ ਇਸ ਤਰ੍ਹਾਂ ਦੇ ਸ਼ਬਦ ਵਰਤਦੇ, ਰੱਬ ਵੀ ਕਹਿੰਦੇ। ਤੋ ਸਾਧ ਸੰਗਤ ਜੀਓ, ਮੋਟੇ ਜਿਹੇ ਤੌਰ 'ਤੇ ਸਾਨੂੰ ਗੁਰੂ ਪਾਤਸ਼ਾਹ ਇਹ ਸਮਝਾਉਂਦੇ ਹੈ, ਸਾਡੇ ਅੰਦਰ ਇਹ ਗੱਲ ਨੂੰ ਵਸਾਉਣ ਦਾ ਯਤਨ ਕਰ ਰਹੇ ਹੈ ਵੀ ਬੰਦੇ ਤੂੰ ਆ ਕਿਆ ਕਰ ਰਿਹਾ? ਆ ਕਰਤੂਤ ਪਸ਼ੂ ਕੀ ਮਾਨਸ ਜਾਤ ਕਾਹਤੇ ਕਰ ਰਿਹਾ? ਤੂੰ ਇੱਕ ਨਾਲ ਜੁੜ ਜਾ, ਤੂੰ ਛੱਡ ਦੇ ਸਾਰੇ ਜੰਜਾਲ ਨੂੰ। ਇਹ ਜੰਜਾਲ 'ਚੋਂ ਤਾਂ ਕੁਛ ਨਿਕਲਣ ਵਾਲਾ ਨਹੀਂ ਨੇ, ਤਾਂ ਇੱਥੇ ਹੀ ਰਹਿ ਜਾਣਾ। ਪੁੱਤਰ ਧੀ ਮਾਇਆ ਮਕਾਨ ਬਿਲਡਿੰਗਾਂ ਸਭ ਇੱਥੇ ਰਹਿਣੀਆਂ। ਇਹ ਬੁਰੀਆਂ ਨਹੀਂ ਹੈ, ਤੂੰ ਇਹਨਾਂ ਨੂੰ ਵਰਤ। ਉਹਨੇ ਪੈਦਾ ਕਰੀਆਂ ਤੇਰੇ ਵਰਤਣ ਖਾਤਰ, ਪਰ ਉਹਨੂੰ ਯਾਦ ਤਾਂ ਰੱਖ ਨਾ। ਕਮ ਸੇ ਕਮ ਉਹਨੂੰ ਐਂ ਤਾਂ ਕਹਿ ਵੀ ਤੂੰ ਦੇ ਰਿਹਾ ਮੈਨੂੰ, ਮੈਂ ਵਰਤ ਰਿਹਾ ਮਹਾਰਾਜ, ਤੈਂ ਮੇਰੇ ਨਾਲ ਜਾਣਾ, ਇਹਨਾਂ ਨੇ ਕਿਸੇ ਨੇ ਨਾਲ ਨਹੀਂ ਜਾਣਾ। ਇੰਨੀ ਸੋਝੀ ਤਾਂ ਸਾਨੂੰ ਆ ਜਾਏ। ਜੇ ਸੋਝੀ ਆ ਗਈ ਤਾਂ ਫਿਰ ਕੁਛ ਨਾ ਕੁਛ ਪ੍ਰੈਕਟੀਕਲ ਵੀ ਆ ਜਾਂਦਾ ਬੰਦੇ ਨੂੰ। ਸੁਖਮਨੀ ਸਾਹਿਬ ਦਾ ਜਾਂ ਬਾਕੀ ਸਾਰੀ ਬਾਣੀ ਦਾ ਇੱਕੋ ਹੀ ਤਾਂ ਪ੍ਰਯੋਜਨ ਹੈ ਵੀ ਕਿਵੇਂ ਆਪਾਂ ਪਰਮਾਤਮਾ ਨੂੰ ਪ੍ਰਾਪਤ ਹੋਈਏ, ਕਿਵੇਂ ਗੁਰੂ ਦਾ ਮਿਲਾਪ ਹੋਵੇ ਸਾਨੂੰ। ਅਜ਼ ਗਿਲਾਜ਼ਤ ਦਿਲ ਖੁਦਾ ਚੂੰ ਸਾਫ਼ ਕਰਦ, ਅਜ਼ ਗਿਲਾਜ਼ਤ ਦਿਲ, ਅਜ਼ ਗਿਲਾਜ਼ਤੇ ਦਿਲ ਖੁਦਾ ਚੂੰ ਪਾਕ ਸਾਫ਼ ਕਰਦ ਜਾਂ ਪਾਕ ਕਰਦ, ਮੁਰਸ਼ਦੇ ਕਾਮਲ ਈ ਬਾ ਅਲਤਾਫ ਕਰਦ। ਜੇ ਪਰਮਾਤਮਾ ਸਾਡਾ ਮਨ ਸਾਫ਼ ਕਰਦਾ ਹੈ, ਸਾਨੂੰ ਸੰਗਤ ਨਾਲ ਜੋੜਦਾ ਹੈ। ਪਰਮਾਤਮਾ ਦੇ ਹੁਕਮ ਤੋਂ ਬਿਨਾਂ ਆਪਾਂ ਸੰਗਤ 'ਚ ਨਹੀਂ ਜਾ ਸਕਦੇ। ਜੇ ਚਲੇ ਗਏ, ਉਹਨੇ ਕਿਰਪਾ ਕਰ ਦਿੱਤੀ, ਫਿਰ ਪਰਮਾਤਮਾ ਦੇ ਹੁਕਮ ਦੇ ਵਿੱਚ ਜਿਹੜਾ ਗੁਰੂ ਕਾਮਲ ਹੈ, ਮੁਰਸ਼ਦ ਕਾਮਲ, ਫਿਰ ਉਹਨੇ ਸਾਡੇ 'ਤੇ ਕਿਰਪਾ ਕਰਕੇ ਸਾਨੂੰ ਅੰਦਰ ਦੀ ਸਫਾਈ ਹੋਰ ਕਰਕੇ ਨਾਮ ਬਖਸ਼ ਦੇਣਾ। ਕਿਉਂਕਿ ਸਤਿਗੁਰੂ ਨਾਮ ਕਾ ਦਾਤਾ ਹੈ। ਪਰਮਾਤਮਾ ਸਿੱਧਾ ਕਿਸੇ ਨੂੰ ਨਾਮ ਨਹੀਂ ਬਖਸ਼ਦਾ, ਹਮੇਸ਼ਾ ਗੁਰੂ ਦੇ ਰਾਹੀਂ, ਕਿਸੇ ਸੰਤ ਦੇ ਰਾਹੀਂ, ਵਿਸ਼ੇਸ਼ ਦੇ ਰਾਹੀਂ ਨਾਮ ਬਖਸ਼ਾਉਂਦਾ, ਉਹ ਬਖਸ਼ਦਾ ਅੱਗੇ। ਤੋ ਬੰਦੇ ਨੂੰ ਗੁਰੂ ਦੇ ਨਾਲ ਜੁੜਨਾ। ਹੁਣ ਇਹ ਵੀ ਨਹੀਂ ਸਮਝਣਾ ਵੀ ਗੁਰੂ ਕੋਈ ਨਕਲੀ ਹੋਵੇ, ਅਸੀਂ ਉਹਨੂੰ ਸਮਝੀ ਜਾਈਏ ਅਤੇ ਵੀ ਉਹ ਸਾਨੂੰ ਰੱਬ ਨੂੰ ਮਿਲਾ ਦੂਗਾ, ਜਿਹੜਾ ਆਪ ਹੀ ਨਹੀਂ ਮਿਲਿਆ ਹੋਇਆ ਉਹਨੂੰ। ਇਹ ਜ਼ਰੂਰੀ ਸੋਚਣ ਵਾਲੀ ਗੱਲ ਹੈ। ਡੇਰੇਦਾਰੀ ਇਸੇ ਗੱਲ ਪਰ ਪਣਪ ਰਹੀ ਹੈ। ਇਹ ਸਾਡੀ ਖਾਮ ਖਿਆਲੀ ਹੈ ਵੀ ਅਸੀਂ ਕਿਸੇ ਵਿਅਕਤੀ ਵਿਸ਼ੇਸ਼ ਨੂੰ ਗੁਰੂ ਮੰਨ ਕੇ ਬਹਿ ਜਾਂਦੇ। ਗੁਰੂ ਹੋਣਾ ਔਰ ਗੁਰੂ ਕਹਾਉਣਾ, ਇਹ ਤਾਂ ਬਹੁਤ ਜ਼ਮੀਨ ਅਸਮਾਨ ਦਾ ਅੰਤਰ ਹੈ ਦੋਹਾਂ ਵਿੱਚ। ਗੁਰੂ ਹੋ ਕੇ ਤਾਂ ਆਪਣੇ ਸਾਹਿਬਜ਼ਾਦਿਆਂ ਨੂੰ ਅੱਖਾਂ ਦੇ ਸਾਹਮਣੇ ਸ਼ਹੀਦ ਕਰਾਉਂਦਾ ਹੈ,
ਤੇ ਜਿਹੜਾ ਨਕਲੀ ਗੁਰੂ ਆ ਉਹਨਾਂ ਨੂੰ ਕਹੋ ਵੀ ਇੱਕ ਚੀਚੀ ਰੱਖ ਕੇ ਦਿਖਾਇਓ ਜੀ, ਮੋਮਬੱਤੀ ਪਰ ਜਰਾ ਕੁ, ਦੇਖੀਏ ਤੁਹਾਡੇ ਅੰਦਰ ਕਿੰਨਾ ਕੁ ਸਿਦਕ ਹੈ, ਪਰਮਾਤਮਾ ਪਰ ਕਿੰਨੇ ਕੁ ਖੜੇ ਜੇ ਕਦੇ ਰੱਖ ਲਵੇ। ਤਾਂ ਬਹੁਤ ਸੌਖੀ ਪਰਖ ਹੈ, ਪਰ ਮੂਰਖ ਮਨ ਹੈ ਸਾਡਾ। ਜਦ ਅਸੀਂ ਫਸੇ ਹੋਏ ਹਉਮੈ 'ਚ ਹੈ, ਕਾਮ ਕ੍ਰੋਧ 'ਚ ਹੈ, ਲੋਭ ਮੋਹ ਹੰਕਾਰ 'ਚ ਹੈ, ਸਾਨੂੰ ਇਹ ਗਿਆਨ ਹੀ ਨਹੀਂ ਰਹਿੰਦਾ, ਧਿਆਨ ਹੀ ਨਹੀਂ ਆਉਂਦਾ ਕਦੇ ਵੀ ਅਸੀਂ ਨਕਲੀ ਗੁਰੂਆਂ ਦੇ ਨਾਲ ਲੱਗ ਕੇ ਕਿਤੇ ਸਾਡਾ ਵੀ ਬੇੜਾ ਗਰਕ ਤਾਂ ਨਹੀਂ ਹੋਣ ਲੱਗਿਆ। ਜਿਸ ਚੀਜ਼ ਨੂੰ ਪਸ਼ੂ ਗਰਦਾਨਦੀ ਹੈ ਗੁਰਬਾਣੀ, ਦੁਆਇਤ, ਇਹ ਜਿਹੜੇ ਨਕਲੀ ਗੁਰੂ ਹੈ ਇਹ ਵੀ ਦੁਆਇਤ ਹੈ, ਇਹ ਡੁਐਲਿਟੀ ਹੈ। ਜਿਹੜਾ ਪੂਰਾ ਗੁਰੂ ਜਾਂ ਪੂਰਾ ਸੰਤ ਹੈ ਉਹੀ ਏਕਾ ਹੁੰਦਾ, ਦੂਜੇ ਨੇ ਤਾਂ ਹੋਰ ਪਾਸੇ ਜੋੜਨਾ, ਆਪਣੇ ਨਾਲ ਜੋੜ ਲੈਣਾ ਆਪਣਾ ਆਪ, ਫਿਰ ਦੁਆਇਤ ਹੈ, ਡੁਐਲਿਟੀ ਹੈ। ਸੋ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਸਿੱਖ ਨੇ ਕਮ ਸੇ ਕਮ। ਸੰਸਾਰ ਤਾਂ ਉਹਦੇ ਹੁਕਮ ਵਿੱਚ ਇਹ ਕਰ ਰਿਹਾ ਜੋ ਕੁਛ ਵੀ ਕਰ ਰਿਹਾ, ਪਰ ਸਾਧੂ ਸੰਤ ਗੁਰੂ ਸਾਹਿਬਾਨ ਵੀ ਤਾਂ ਉਸੇ ਨੇ ਭੇਜੇ ਜਿਹੜੇ ਸੱਚ ਦਾ ਗਿਆਨ ਵੀ ਦਿੰਦੇ ਲੋਕਾਂ ਨੂੰ। ਸਾਧ ਸੰਗਤ ਜੀ, ਇੱਕ ਗੱਲ ਕਹਿ ਕੇ ਸਮਾਪਤੀ ਕਰਾਂ ਵੀ ਗੁਰਮਤਿ ਨੂੰ ਸਮਝਣ ਖਾਤਰ ਸਾਨੂੰ ਬਹੁਤ ਬੜਾ ਵਿਸ਼ਾਲ ਹਿਰਦਾ ਬਣਾਉਣਾ ਪੈਣਾ ਹੈ, ਜੋ ਕਿ ਗੁਰਬਾਣੀ ਬਣਾਉਂਦੀ ਹੈ ਬੰਦੇ ਦਾ। ਦੇਖੋ ਸਾਰੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 1430 ਅੰਗ ਹੈ, ਸਾਰਿਆਂ ਦੇ ਉੱਪਰ ਨੀਵਾਂ ਹੋਣ ਦਾ ਆਦੇਸ਼ ਹੈ ਵੀ ਨੀਵੇਂ ਹੋ ਜਾਓ, ਚਰਨ ਪਕੜ ਲਓ, ਸਾਧੂ ਦੀ ਚਰਨ ਧੂੜ ਬਣ ਜਾਓ, ਸਾਰੀ ਸੰਗਤ ਦੀ ਚਰਨ ਧੂੜ ਬਣ ਜਾਓ। ਲੇਕਿਨ ਦੂਜਾ ਪੱਖ ਵੀ ਹੈ, ਭਾਵੇਂ ਉਹ ਗੁਰਬਾਣੀ ਵਿੱਚ ਤਾਂ ਬਹੁਤ ਘੱਟ ਆਇਆ, ਇੱਕ ਦੋ ਤੁਕਾਂ ਹੀ ਹੈ। ਭੈ ਕਾਹੂ ਕੋ ਦੇਤ ਨਹਿ ਭੈ ਮਾਨ ਤਾਨ, ਆਪ ਨਾ ਡਰੋ ਨਾ ਆਵ ਡਰਾਵੋ, ਕਬੀਰ ਜੀ। ਲੇਕਿਨ ਸਾਰੀ ਹਿਸਟਰੀ ਖਾਸ ਕਰਕੇ 6ਵੇਂ ਪਾਤਸ਼ਾਹ ਦੀ ਔਰ 10ਵੇਂ ਪਾਤਸ਼ਾਹ ਦੀ ਜੰਗਾਂ ਯੁੱਧਾਂ 'ਚ ਬੀਤੀ ਹੈ। ਕਿਸੇ ਤੋਂ ਨਜਾਇਜ਼ ਵੀ ਨਹੀਂ ਦਬਣਾ ਹੈ, ਇਨਫੀਰੀਅਰਟੀ ਕੰਪਲੈਕਸ 'ਚ ਆ ਕੇ ਵੀ ਨਾ ਜੀ ਚਲੋ ਮਾਰ ਲਓ ਤੁਸੀਂ, ਦੂਜੀ ਗੱਲ ਪਰ ਵੀ ਮਾਰ ਲਓ, ਕੋਈ ਗੱਲ ਨਹੀਂ, ਐਕਣ ਨਹੀਂ ਕਰਨਾ ਹੈ। ਬਰਦਾਸ਼ਤ ਕਰੋ ਇੱਕ ਹੱਦ ਤੱਕ, ਜੇ ਨਹੀਂ ਬੰਦਾ ਜਰਵਾਣਾ ਹਟਦਾ ਫਿਰ ਉਹਦਾ ਮੂੰਹ ਭੰਨਣਾ ਵੀ ਸਿੱਖੀ ਦਾ ਕਰਮ ਹੈ। ਔਰ ਡਿਵਿਨਟੀ ਜਿਹੜੀ ਹੈ, ਰੂਹਾਨੀਅਤ ਨੂਰਾਨੀਅਤ ਜਿਹੜੀ ਹੈ, ਉਹਦੇ 'ਚ ਇਹ ਦੋਹੇ ਚੀਜ਼ਾਂ ਆਉਂਦੀਆਂ। ਇਹ ਨਹੀਂ ਹੈ ਵੀ ਇਕੱਲਾ ਦਬ ਕੇ ਹੀ ਬੈਠਣਾ, ਨੋ, ਫਿਰ ਤਾਂ ਭਗਤੀ ਨਹੀਂ ਹੋਣ ਕਰਨ ਦੇਣੀ ਸਾਨੂੰ ਜਰਵਾਣਿਆਂ ਨੇ। ਆਪਣੇ ਤਰ੍ਹਾਂ ਕਹਿਣਗੇ ਵੀ ਇਸ ਤਰ੍ਹਾਂ ਭਗਤੀ ਕਰੋ, ਤਾਂ ਦੁਨਿਆਵੀ ਬੰਦੇ ਦੀ ਕਿਉਂ ਮੰਨੀ ਜਾਵੇ, ਪੂਰੇ ਗੁਰੂ ਦੀ ਗੱਲ ਨੂੰ ਮੰਨੀਏ। ਫਿਰ ਜੇ ਸਾਨੂੰ ਛਾਤੀ ਵੀ ਡਾਉਣੀ ਪੈਂਦੀ ਹੈ ਤਾਂ ਡਾਉਣੀ ਚਾਹੀਦੀ ਹੈ, ਚਾਹੇ ਸਿਦਕੀ ਸ਼ਹੀਦੀ ਹੋਵੇ ਪੰਚਮ ਪਾਤਸ਼ਾਹ ਦੀ ਤਰ੍ਹਾਂ, 9ਵੇਂ ਪਾਤਸ਼ਾਹ ਦੀ ਤਰ੍ਹਾਂ, ਚਾਹੇ ਜੰਗਜੂ ਬਣ ਕੇ ਮੈਦਾਨੇ ਜੰਗ ਦੇ ਵਿੱਚ ਆ ਕੇ ਤਲਵਾਰਾਂ ਦੇ ਨਾਲ, ਨੇਜਿਆਂ ਦੇ ਨਾਲ, ਬੰਦੂਕਾਂ ਦੇ ਨਾਲ ਵੀ ਜੰਗ ਕਰਨੀ ਪਵੇ। ਔਰ ਖਾਲਸਾ ਕਰਦਾ ਆਇਆ, ਖਾਲਸੇ ਦਾ ਇਹ ਬਿਰਦ ਹੈ। ਸਮੇਂ ਦੇ ਮੁਤਾਬਕ ਖਾਲਸੇ ਨੂੰ ਜਿਹੜਾ ਵੀ ਜਿਸ ਤਰ੍ਹਾਂ ਦਾ ਵੀ ਸਮੇਂ ਦੇ ਮੁਤਾਬਕ ਕੋਈ ਉਹਨੂੰ ਚੰਗਾ ਲੱਗਦਾ ਉਸ ਤਰ੍ਹਾਂ ਦਾ ਰੂਪ ਖਾਲਸਾ ਧਾਰ ਲੈਂਦਾ। ਆ ਹੁਣ ਸ਼ਾਂਤੀਪੂਰਵਕ ਹੋ ਕੇ ਖਾਲਸੇ ਨੇ ਐਡੇ ਬੜੇ ਅਰਿਸਟੋਕਰੈਟ ਰਾਜੇ ਜਿਹਦੀ ਸੋਚ ਬਿਲਕੁਲ ਹਿੰਦੂਤਵ ਵਾਲੀ ਹੈ, ਗਲਤਾਨ ਸੋਚ, ਉਹਨੂੰ ਹਰਾ ਕੇ ਰੱਖ ਦਿੱਤਾ। ਭਾਵੇਂ ਸਾਲ ਲੱਗਿਆ, ਸਾਰਾ ਖਾਲਸਾ ਡਟ ਗਿਆ ਇਸ ਗੱਲ 'ਤੇ ਵੀ ਰੱਖਣੀ ਸ਼ਾਂਤੀ ਹੈ ਤਾਂ ਕਿ ਇਹਨੂੰ ਮੌਕਾ ਨਾ ਮਿਲੇ ਗੋਲੀ ਚਲਾਉਣ ਦਾ। ਆਹ ਦੇਖ ਲਓ, ਹਾਰਨਾ ਪਿਆ ਉਹਨੂੰ। ਜਿਹੜਾ ਕਹਿੰਦਾ ਸੀ ਹਮ ਕभी ਹਾਰੇ ਨਹੀਂ ਹੈ ਜ਼ਿੰਦਗੀ ਮੇਂ, ਉਹਦੇ ਚੇਲੇ ਚਪਟੇ ਵੀ ਇਹੀ ਕਹਿ ਰਹੇ ਸੀ, ਸਾਰੇ ਚੈਨਲ ਵੀ ਇਹੀ ਗੱਲਾਂ ਕਰ ਰਹੇ ਸੀ। ਹੁਣ ਚੈਨਲਾਂ ਵਾਲਿਆਂ ਨੂੰ ਬਹੁਤ ਤਕਲੀਫ ਹੋਈ ਹੈ ਵੀ ਸਾਡੀ ਹਾਰ ਹੋ ਗਈ। ਉਹ ਭਾਈ ਝੂਠ ਨੇ ਹਾਰਨਾ ਹੀ ਹੁੰਦਾ, ਸੱਚ ਜਿੱਤਣਾ ਹੁੰਦਾ ਹਮੇਸ਼ਾ ਹੀ। ਤਾਂ ਖਾਲਸੇ ਦਾ ਆਪਣਾ ਬਿਰਦ ਹੈ। ਖਾਲਸਾ ਕਦੇ ਕਦੇ ਜੰਗਾਂ ਵਿੱਚ ਵੀ ਚੱਲਦਾ, ਕਦੇ ਕਦੇ ਸ਼ਾਂਤੀ ਨਾਲ ਵੀ ਚੱਲਦਾ। ਇਹ ਦੋਨੋਂ ਪੱਖ ਹੈ ਉਹਦੇ। ਕਰੀਏ ਸਮਾਪਤੀ, ਕੋਈ ਅਪਸ਼ਬਦ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।